ਤਾਂ ਸਟੇਟਮੈਂਟ ਆਪਣੇ ਕੋਲੇ ਕੀ ਹੈ, ਕਹਿੰਦੇ f is a function of bounded variation on closed interval ab। ਫੰਕਸ਼ਨ ਤੁਹਾਨੂੰ ਦਿੱਤਾ ਹੋਇਆ ਕਿ ਬਾਉਂਡਡ ਵੇਰੀਏਸ਼ਨ ਦਾ ਪੂਰੇ ਇੰਟਰਵਲ ਤੇ ab ਇੰਟਰਵਲ ਦੇ ਉੱਤੇ, ਐਂਡ c is a point between a and b, then f is a bounded variation on ac and cb। ਤੁਹਾਨੂੰ ਹੋਲ ਇੰਟਰਵਲ ਦੇ ਉੱਪਰ ਦਿੱਤਾ ਹੋਇਆ ਕਿ ਫੰਕਸ਼ਨ ਬਾਉਂਡਡ ਵੇਰੀਏਸ਼ਨ ਦਾ ਹੈ, ਠੀਕ ਹੈ। ਤਾਂ ਉਸ ਇੰਟਰਵਲ ਦੇ ਵਿੱਚ ਆਪਾਂ ਇੱਕ ਪੁਆਇੰਟ ਪਿਕ ਕੀਤਾ ਸੀ, ਤਾਂ ਹੁਣ ਸੀ ਪੁਆਇੰਟ ਪਿਕ ਕਰਕੇ ਤੁਹਾਨੂੰ ਪਤਾ ਤੁਹਾਡੇ ਕੋਲੇ ਪਾਰਟੀਸ਼ਨ ਬਣ ਜਾਣਗੇ ਇੰਟਰਵਲ ਦੀ, ਇੱਕ ਏਸੀ ਪਾਰਟ ਬਣ ਗਿਆ, ਨੈਕਸਟ ਪਾਰਟ ਕੀ ਹੋ ਗਿਆ ਸੀਬੀ। ਤਾਂ ਤੁਸੀਂ ਉਹਨਾਂ ਸਬ ਇੰਟਰਵਲਸ ਦੇ ਵਿੱਚ ਚੈੱਕ ਕਰਨਾ ਹੈ ਕਿ ਫੰਕਸ਼ਨ ਹੈ ਜਿਹੜਾ ਉਹ ਬਾਉਂਡਡ ਵੇਰੀਏਸ਼ਨ ਦਾ ਹੈਗਾ ਜਾਂ ਨਹੀਂ, ਠੀਕ ਹੈ। ਐਂਡ ਇੱਕ ਪਾਰਟ ਹੋਰ ਹੈ, ਦੈਨ ਕਹਿੰਦੇ ਵੀ ਹੈਵ ਟੋਟਲ ਵੇਰੀਏਸ਼ਨ ਔਨ ਦੀ ਇੰਟਰਵਲ ਏ ਬੀ ਕਿਹਦੇ ਇਕੁਅਲ ਹੋਊਗਾ, ਟੋਟਲ ਵੇਰੀਏਸ਼ਨ on the interval AC plus total variation on the interval C, B। ਠੀਕ ਹੈ, ਇਹ ਚੀਜ਼ ਆਪਾਂ ਸ਼ੋ ਕਰਨੀ ਹੈ। ਮਤਲਬ ਦੋ ਪਾਰਟਸ ਹੈ ਆਪਣੇ ਕੋਲੇ ਆਰਟੀਕਲਸ ਦੇ ਵਿੱਚ। ਫਸਟ ਆਫ ਆਲ ਤੁਸੀਂ ਬਾਉਂਡਡ ਵੇਰੀਏਸ਼ਨ ਚੈੱਕ ਕਰੋਗੇ ਕਿ ਸਬ ਇੰਟਰਵਲਸ ਦੇ ਵਿੱਚ ਹੈਗਾ ਜਾਂ ਨਹੀਂ, ਦੈਨ ਫਿਰ ਆਪਾਂ ਆ ਇਕੁਐਲਿਟੀ ਵਾਲੀ ਕੰਡੀਸ਼ਨ ਕੈਲਕੂਲੇਟ ਕਰਾਂਗੇ। ਤੇ ਦੇਖੋ ਹੁਣ ਆਪਾਂ ਇੱਥੇ ਸਬ ਇੰਟਰਵਲਸ ਦੀ ਵੀ ਪਾਰਟੀਸ਼ਨ ਸਪੋਜ਼ ਕਰਨੀ ਹੋਣੀ ਹੈ, ਈਵਨ ਇੰਟਰਵਲ ਦੀ ਵੀ। ਤਾਂ ਇੰਟਰਵਲ ਤੋਂ ਪਹਿਲਾਂ ਆਪਾਂ ਸਬ ਇੰਟਰਵਲਸ ਦੀ ਪਾਰਟੀਸ਼ਨ ਸਪੋਜ਼ ਕਰਾਂਗੇ। ਤੁਹਾਡੇ ਦੋ ਸਬ ਇੰਟਰਵਲਸ ਬਣਿਆ, ਇੱਕ ਏਸੀ ਬਣਿਆ, ਇੱਕ ਸੀਬੀ ਬਣਿਆ, ਦੋਨਾਂ ਦੀ ਪਾਰਟੀਸ਼ਨ ਸਪੋਜ਼ ਕਰ ਲਓ। ਦੇਖੋ ਏਸੀ ਇੰਟਰਵਲ ਦੀ ਪਾਰਟੀਸ਼ਨ ਨੂੰ ਆਪਾਂ P1 ਦੇ ਨਾਲ ਰਿਪਰੈਜ਼ੈਂਟ ਕੀਤਾ, ਸੀਬੀ ਇੰਟਰਵਲ ਦੀ ਪਾਰਟੀਸ਼ਨ ਨੂੰ P2 ਦੇ ਨਾਲ ਰਿਪਰੈਜ਼ੈਂਟ ਕਰਤਾ, ਠੀਕ ਹੈ। ਹੁਣ ਜਿਹੜਾ ਏਸੀ ਇੰਟਰਵਲ ਹੈ ਉਹਦੀ ਪਾਰਟੀਸ਼ਨ ਆਪਾਂ ਕੀ ਲੈਤੀ, ਜਿਵੇਂ ਆਪਾਂ ਜਨਰਲੀ ਏਬੀ ਦੀ ਬਣਾਉਂਦੇ ਹੁੰਦੇ ਉਹ ਆਪਾਂ ਅਪ ਟੂ n ਤੱਕ ਬਣਾਉਂਦੇ ਹੁੰਦੇ ਆ, ਤੇ ਆਪਾਂ ਅਪ ਟੂ k ਤੱਕ ਲੈ ਲਿਆ ਕਿ a is equal to x naught। ਆਪਾਂ ਨੂੰ ਪਤਾ ਫਸਟ ਪੁਆਇੰਟ ਹਮੇਸ਼ਾ ਕਿਹਦੇ ਇਕੁਅਲ ਹੁੰਦਾ a ਦੀ, ਤੇ that is equal to x naught, x1 x2 ਅਪ ਟੂ xk ਤੱਕ ਆਪਾਂ ਪਾਰਟੀਸ਼ਨ ਬਣਾ ਲਈ ਏਸੀ ਇੰਟਰਵਲ ਦੀ, ਤੇ ਜਿਹੜਾ ਤੁਹਾਡਾ ਲਾਸਟ ਵਾਲਾ xk ਪੁਆਇੰਟ ਹੋਊਗਾ that is equal to c, ਠੀਕ ਹੈ। ਹੁਣ P2 ਪਾਰਟੀਸ਼ਨ ਬਣਾਈਏ, ਉਹਦੇ ਵਿੱਚ ਫਸਟ ਵਾਲਾ ਪੁਆਇੰਟ ਐਜ਼ ਏ ਕੀ ਹੋਊਗਾ c, ਕਿਉਂਕਿ ਆਪਾਂ ਸੀਬੀ ਇੰਟਰਵਲ ਦੀ ਗੱਲ ਕਰ ਰਹੇ ਹਾਂ ਇੱਥੇ, ਤੇ c ਕਿਹਦੇ ਇਕੁਅਲ ਹੈ xk ਦੇ। ਉਹ ਤੁਸੀਂ ਪ੍ਰੀਵੀਅਸ ਪਾਰਟੀਸ਼ਨ ਚ ਲਾਸਟ ਪੁਆਇੰਟ ਦੇਖਿਆ ਸੀ ਨਾ, xk is equal to c। ਤਾਂ ਸੇਮ ਆਪਾਂ ਇੱਥੇ ਯੂਜ਼ ਕਰ ਲਿਆ ਕਿ xk ਕਿਹਦੇ ਇਕੁਅਲ ਹੈ c। ਤਾਂ xk ਤੋਂ ਬਾਅਦ ਨੈਕਸਟ ਵਾਲੀ ਪਾਰਟੀਸ਼ਨ ਤੁਹਾਡੀ ਕੀ ਹੋ ਜੂਗੀ, xk+1 xk+2 ਅਪ ਟੂ xn ਤੱਕ ਲੈ ਲਈ, ਵੇਅਰ xn is equal to b। ਤਾਂ ਆਪਾਂ ਦੋ ਪਾਰਟੀਸ਼ਨਸ ਬਣਾ ਲਈਆਂ, ਫਸਟ ਪਾਰਟੀਸ਼ਨ ਏਸੀ ਇੰਟਰਵਲ ਦੀ ਐਂਡ ਸੈਕੰਡ ਪਾਰਟੀਸ਼ਨ ਹੈ ਸੀਬੀ ਇੰਟਰਵਲ ਦੀ। ਹੁਣ ਤੁਹਾਨੂੰ P ਦੀ ਪਾਰਟੀਸ਼ਨ ਚਾਹੀਦੀ ਹੈ। ਅਗਰ ਤੁਸੀਂ P1 ਤੇ P2 ਦੋਨੋਂ ਪਾਰਟੀਸ਼ਨ ਦੀ ਯੂਨੀਅਨ ਕਰ ਦੋ ਤਾਂ ਤੁਹਾਡੇ ਕੋਲੇ ਪੂਰੇ AB ਇੰਟਰਵਲ ਦੀ ਪਾਰਟੀਸ਼ਨ ਆ ਜਾਊਗੀ। ਤਾਂ ਆਪਾਂ ਦੋਨੋਂ ਪਾਰਟੀਸ਼ਨ ਦੀ ਯੂਨੀਅਨ ਕਰਤੀ ਤਾਂ ਤੁਹਾਡੇ ਕੋਲੇ ਕੀ ਬਣ ਜੂ, x0 x1 x2 ਅਪ ਟੂ xn ਤੱਕ। ਤਾਂ ਇਹ ਸਾਰੀ ਪਾਰਟੀਸ਼ਨ ਕਿਹਦੀ ਆ ਗਈ, AB ਇੰਟਰਵਲ ਦੀ, that is equal to P ਨਾਲ ਰਿਪਰੈਜ਼ੈਂਟ ਕਰਤਾ ਆਪਾਂ, ਠੀਕ ਹੈ। ਤੁਹਾਨੂੰ ਹੋਲ ਇੰਟਰਵਲ ਦੀ ਪਾਰਟੀਸ਼ਨ ਵੀ ਮਿਲ ਗਈ, ਠੀਕ ਹੈ। ਤੇ ਸਬ ਇੰਟਰਵਲਸ ਦੀ ਪਾਰਟੀਸ਼ਨ ਵੀ ਆਪਾਂ ਸਪੋਜ਼ ਕਰ ਲਈ, that is P1 and P2। ਫਸਟ ਆਫ ਆਲ ਦੇਖੋ ਆਪਾਂ ਕੀ ਸ਼ੋ ਕਰਨਾ ਕਿ ਜਿਹੜਾ ਫੰਕਸ਼ਨ ਹੈ ਉਹ ਆਪਣਾ ਬਾਉਂਡਡ ਵੇਰੀਏਸ਼ਨ ਦਾ ਕਿਸ ਇੰਟਰਵਲ ਦੇ ਵਿੱਚ, ਏਸੀ ਇੰਟਰਵਲ ਦੇ ਵਿੱਚ। ਤਾਂ ਹੁਣ ਉਹਦੇ ਲਈ ਦੇਖੋ ਏਸੀ ਇੰਟਰਵਲ ਦੀ ਪਾਰਟੀਸ਼ਨ ਤੁਹਾਡੇ ਕੋਲੇ ਕੀ ਹੈ, x0 ਤੋਂ ਲੈ ਕੇ xk ਤੱਕ। ਤਾਂ ਹੁਣ ਉਸ ਪਾਰਟੀਸ਼ਨ ਦਾ ਸਮੀਸ਼ਨ ਬਣਾਓ, ਦੇਖੋ ਤੁਹਾਡੇ ਕੋਲੇ ਕੀ ਬਣੂਗਾ। ਅਗਰ ਤੁਸੀਂ ਪੂਰੇ AB ਇੰਟਰਵਲ ਦੀ ਗੱਲ ਕਰਦੇ ਹੋ ਤਾਂ ਸਮੀਸ਼ਨ ਤੁਸੀਂ 1 ਤੋਂ ਲੈ ਕੇ n ਤੱਕ ਸਟਾਰਟ ਕਰਦੇ ਸੀ, ਕਿਉਂਕਿ ਆਪਾਂ n ਪਾਰਟਸ 'ਚ ਡਿਵਾਈਡ ਕਰਦੇ ਸੀ। ਹੁਣ ਜਿਹੜਾ P1 ਫਸਟ ਪਾਰਟੀਸ਼ਨ ਉਹਨੂੰ ਆਪਾਂ k ਪਾਰਟਸ 'ਚ ਡਿਵਾਈਡ ਕੀਤਾ, ਤਾਂ ਸਮੀਸ਼ਨ ਆਪਾਂ ਸਟਾਰਟ ਕੀਤਾ ਫਰਮ 1 ਤੋਂ ਲੈ ਕੇ k ਤੱਕ। ਅੰਦਰ ਤੁਹਾਨੂੰ ਪਤਾ ਹੀ ਹੈ ਬਾਉਂਡਡ ਵੇਰੀਏਸ਼ਨ ਦੀ ਕੀ ਡੈਫੀਨੇਸ਼ਨ ਹੁੰਦੀ ਹੈ, f of xi minus f of xi minus 1 ਦਾ ਮੋਡ। ਕਹਿੰਦੇ ਜਿਹੜਾ ਆਹ ਵਾਲਾ ਸਮੀਸ਼ਨ ਹੈ ਉਹ ਲੈਸ ਦੈਨ ਇਕੁਅਲ ਟੂ ਹੋਊਗਾ ਸਮੀਸ਼ਨ i ਵੇਰੀਜ਼ ਫਰਮ 1 ਤੋਂ ਲੈ ਕੇ n ਤੱਕ। ਇੱਥੇ ਮੇਨ ਸਮਝਣ ਵਾਲੀ ਜਸਟ ਆਹੀ ਚੀਜ਼ ਹੈ, ਲੈਫਟ ਵਾਲਾ ਸਮੀਸ਼ਨ ਤੁਹਾਡਾ 1 ਤੋਂ ਲੈ ਕੇ k ਤੱਕ ਹੈ, ਤੇ ਰਾਈਟ ਵਾਲਾ ਸਮੀਸ਼ਨ ਹੈ 1 ਤੋਂ ਲੈ ਕੇ n ਤੱਕ। ਤਾਂ ਦੋਨਾਂ ਦੇ ਵਿਚਕਾਰ ਲੈਸ ਦੈਨ ਇਕੁਅਲ ਟੂ ਦਾ ਸਾਈਨ ਆਊਗਾ ਜਾਂ ਨਹੀਂ। ਵੈਸੇ ਰਾਈਟ ਵਾਲੀ ਪਾਰਟੀਸ਼ਨ ਗ੍ਰੇਟਰ ਹੀ ਹੋਊਗੀ, ਕਿਉਂਕਿ ਉਹਦੇ ਵਿੱਚ ਤਾਂ ਤੁਸੀਂ ਜਸਟ k ਪੁਆਇੰਟਸ ਦੀ ਗੱਲ ਕੀਤੀ ਹੈ ਇਕੱਲੀ P1 ਪਾਰਟੀਸ਼ਨ ਦੀ, ਬਟ ਰਾਈਟ ਸਾਈਡ ਤੇ ਤੁਹਾਡੇ ਕੋਲੇ ਪੂਰੇ ਇੰਟਰਵਲ ਦੀ ਗੱਲ ਆ ਗਈ A to B ਦੀ, ਤਾਂ ਉਹਦੇ ਵਿੱਚ ਆਬਵੀਅਸ ਹੈ ਐਕਸਟਰਾ ਪੁਆਇੰਟਸ ਹੋਰ ਆ ਜਾਣਗੇ, ਠੀਕ ਹੈ। ਤਾਂ ਰਾਈਟ ਵਾਲਾ ਸਮੀਸ਼ਨ ਹਮੇਸ਼ਾ ਗ੍ਰੇਟਰ ਦੈਨ ਇਕੁਅਲ ਟੂ ਹੋਊਗਾ ਲੈਫਟ ਵਾਲੇ ਸਮੀਸ਼ਨ ਤੋਂ। ਨਾਓ ਤੁਸੀਂ ਕੀ ਕਰਨਾ, ਸੁਪਰੀਮਮ ਲੈ ਲੈਣਾ। ਲੈਫਟ ਸਾਈਡ ਦਾ ਜਦੋਂ ਸੁਪਰੀਮਮ ਲਓਗੇ ਉਹ ਕਿਹੜੇ ਇੰਟਰਵਲ ਦੀ ਗੱਲ ਕਰੂਗਾ, ਸੁਪਰੀਮਮ ਕਿਹੜੇ ਇੰਟਰਵਲ ਦਾ ਆਏਗਾ,
ਉਹਨੂੰ ਆਪਾਂ VF ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਨਾ ਟੋਟਲ ਵੇਰੀਏਸ਼ਨ ਦੇ ਅਕੋਰਡਿੰਗ। ਜਦੋਂ ਉਹਦਾ ਸੁਪਰੀਮਮ ਲਓਗੇ ਤਾਂ ਦੇਖੋ ਤੁਹਾਡੇ ਕੋਲੇ ਕੀ ਬਣ ਜਾਊਗਾ, VF ਆਫ ਦਾ AC ਇੰਟਰਵਲ ਦਾ, ਤੇ ਰਾਈਟ ਸਾਈਡ ਤੇ ਜਦੋਂ ਸੁਪਰੀਮਮ ਲਓਗੇ ਉਹ ਕਿਹੜੇ ਇੰਟਰਵਲ ਦਾ ਹੋਊਗਾ, AB ਇੰਟਰਵਲ ਦਾ। ਤਾਂ ਤੁਹਾਡੇ ਕੋਲ ਇਹ ਸੈਕੰਡ ਕੰਡੀਸ਼ਨ ਆ ਗਈ ਇਸ ਸਲਾਈਡ ਦੀ ਕਿ ਟੋਟਲ ਵੇਰੀਏਸ਼ਨ ਆਫ ਫੰਕਸ਼ਨ f ਔਨ ਦੀ ਇੰਟਰਵਲ AC ਇਜ਼ ਲੈਸ ਦੈਨ ਇਕੁਅਲ ਟੂ ਟੋਟਲ ਵੇਰੀਏਸ਼ਨ ਆਫ f ਔਨ ਦੀ ਇੰਟਰਵਲ AB। ਜਿਹੜਾ ਟੋਟਲ ਵੇਰੀਏਸ਼ਨ ਦਿੱਤਾ ਹੋਇਆ f ਓਵਰ ਦੀ ਇੰਟਰਵਲ AB, ਇਹ ਤੁਹਾਡੇ ਕੋਲੇ ਲੈਸ ਦੈਨ ਇਨਫਿਨਿਟੀ ਹੈਗਾ ਬਿਕਾਜ਼ ਫੰਕਸ਼ਨ ਤੁਹਾਨੂੰ ਹੋਲ ਇੰਟਰਵਲ ਦੇ ਉੱਤੇ ਬਾਉਂਡਡ ਵੇਰੀਏਸ਼ਨ ਦਾ ਗਿਵਨ ਹੈ। ਤਾਂ ਆਪਾਂ ਇੱਕ ਨੋਟ ਕੀਤਾ ਸੀ ਕਿ ਅਗਰ ਫੰਕਸ਼ਨ ਬਾਉਂਡਡ ਵੇਰੀਏਸ਼ਨ ਦਾ ਤਾਂ ਜਿਹੜਾ ਟੋਟਲ ਵੇਰੀਏਸ਼ਨ ਹੁੰਦਾ ਉਹ ਲੈਸ ਦੈਨ ਇਨਫਿਨਿਟੀ ਹੁੰਦਾ ਹੈ, ਮਤਲਬ ਉਹਦੀ ਕੁਆਂਟੀਟੀ ਵੀ ਫਾਈਨਾਈਟ ਆਉਂਦੀ ਹੈ। ਤਾਂ ਇੱਥੋਂ ਆਪਾਂ ਕਹਿ ਦਾਂਗੇ ਕਿ ਟੋਟਲ ਵੇਰੀਏਸ਼ਨ ਔਨ ਦੀ ਇੰਟਰਵਲ AC ਵੀ ਕੀ ਹੋ ਗਿਆ, ਲੈਸ ਦੈਨ ਇਨਫਿਨਿਟੀ। ਤਾਂ ਅਗੇਨ ਉਸੇ ਨੋਟ ਤੋਂ ਤੁਹਾਡੇ ਕੋਲ AC ਜਿਹੜਾ ਇੰਟਰਵਲ ਹੋਊਗਾ ਉਸ ਇੰਟਰਵਲ ਦੇ ਉੱਤੇ ਫੰਕਸ਼ਨ ਕੀ ਆ ਜਾਏਗਾ, ਬਾਉਂਡਡ ਵੇਰੀਏਸ਼ਨ ਦਾ। ਤਾਂ ਫਸਟ ਪਾਰਟ ਪ੍ਰੂਵ ਹੋ ਗਿਆ। ਹੁਣ ਤੁਸੀਂ ਸੇਮ CB ਇੰਟਰਵਲ ਤੇ ਕਰਨਾ ਹੈ। ਤਾਂ ਸਾਰਾ ਪ੍ਰੂਫ ਸਿਮਿਲਰ ਕਰ ਲੋਗੇ, ਬਸ ਸਮੀਸ਼ਨ ਦੇਖੋ ਕਿੱਥੋਂ ਸਟਾਰਟ ਕਰੋਗੇ। ਇਹਨਾਂ ਨੇ ਲੈਫਟ ਸਾਈਡ ਤੇ ਸਮੀਸ਼ਨ 1 ਤੋਂ K ਤੱਕ ਸਟਾਰਟ ਕੀਤਾ ਸੀ, ਹੁਣ ਤੁਸੀਂ ਸਮੀਸ਼ਨ ਸਟਾਰਟ ਕਰੋਗੇ K ਤੋਂ ਲੈ ਕੇ N ਤੱਕ। I ਤੁਹਾਡਾ ਵੇਰੀ ਕਰੂਗਾ K ਤੋਂ ਲੈ ਕੇ N ਤੱਕ, ਕਿਉਂਕਿ ਜਿਹੜੀ P2 ਪਾਰਟੀਸ਼ਨ ਆ ਤੁਹਾਡੀ K ਤੋਂ ਸਟਾਰਟ ਹੋ ਰਹੀ ਹੈ ਤੇ N ਤੇ ਖਤਮ ਹੋ ਰਹੀ ਹੈ। ਠੀਕ ਹੈ, ਤਾਂ ਬਸ ਲੈਫਟ ਸਾਈਡ ਤੇ ਥੋੜਾ ਜਿਹਾ ਚੇਂजेस ਆਜੂ, I ਇਜ਼ ਇਕੁਅਲ ਟੂ K ਤੋਂ ਲੈ ਕੇ N ਤੱਕ ਆਜੂ, ਬਾਕੀ ਸਾਰਾ ਪ੍ਰੂਫ ਤੁਹਾਡਾ ਐਜ਼ ਇਟ ਇਜ਼ ਹੀ ਹੋਊਗਾ। ਨੈਕਸਟ ਅਸੀਂ ਇਕੁਐਲਿਟੀ ਸ਼ੋ ਕਰਨੀ ਸੀ ਕਿ ਬਾਉਂਡਡ ਵੇਰੀਏਸ਼ਨ ਔਨ AB ਇੰਟਰਵਲ ਕਿਹਦੇ ਇਕੁਅਲ ਹੈ, VF ਆਫ AC ਪਲਸ VF ਆਫ CB। ਹੁਣ VF ਦਾ ਮਤਲਬ ਤੁਹਾਨੂੰ ਪਤਾ ਹੈ ਕੀ ਹੁੰਦਾ, ਟੋਟਲ ਵੇਰੀਏਸ਼ਨ। ਤਾਂ ਆਪਾਂ ਕੀ ਕੀਤਾ, ਸਮੀਸ਼ਨ ਬਣਾਇਆ, ਜਿਹੜੇ ਤੁਸੀਂ P1 P2 ਦੋ ਪਾਰਟੀਸ਼ਨਸ ਬਣਾਈਆਂ ਸੀ। ਫਸਟ ਪਾਰਟੀਸ਼ਨ ਤੁਹਾਡੀ ਕੀ ਸੀ, 1 ਤੋਂ ਲੈ ਕੇ K ਤੱਕ, ਆਪਾਂ ਉਹ ਵਾਲਾ ਸਮੀਸ਼ਨ ਅਪਲਾਈ ਕਰਤਾ। ਸੈਕੰਡ ਜਿਹੜੀ P2 ਪਾਰਟੀਸ਼ਨ ਸੀ ਉਹ ਤੁਹਾਡੀ ਕਿੱਥੋਂ ਸਟਾਰਟ ਹੋ ਰਹੀ ਸੀ, K ਤੋਂ, ਤਾਂ ਉਹ ਸਮੀਸ਼ਨ ਸਟਾਰਟ ਕੀਤਾ ਅਪ ਟੂ K+1 ਤੋਂ ਲੈ ਕੇ N ਤੱਕ। ਠੀਕ ਹੈ, ਜਦੋਂ K+1 ਕਰੋਗੇ ਤੁਹਾਡਾ ਫਸਟ ਪੇਅਰ ਉਹੀ ਬਣੂਗਾ f of x K+1 ਮਾਈਨਸ f of xk, ਤੇ ਦੋਨਾਂ ਦਾ ਸਮ ਕਰਾਂਗੇ ਤਾਂ ਟੋਟਲ ਸਮੀਸ਼ਨ ਤੁਹਾਡਾ ਕਿੱਥੋਂ ਤੋਂ ਕਿੱਥੋਂ ਤੱਕ ਬਣ ਜਾਊਗਾ, 1 ਤੋਂ ਲੈ ਕੇ n ਤੱਕ। ਉਹਨੂੰ ਆਪਾਂ ਲਿਖ ਸਕਦੇ ਹਾਂ ਇਕੁਅਲ ਟੂ ਸਮੀਸ਼ਨ I ਵੇਰੀਜ਼ ਫਰਮ 1 to n, ਮਤਲਬ ਸਮੀਸ਼ਨ ਨੂੰ ਹੀ ਬੇਸਿਕਲੀ ਦੋ ਪਾਰਟਸ 'ਚ ਡਿਵਾਈਡ ਕੀਤਾ। ਜਿਹੜਾ ਟੋਟਲ ਸਮੀਸ਼ਨ ਸੀ 1 ਤੋਂ ਲੈ ਕੇ n ਤੱਕ, ਉਹਨੂੰ ਆਪਾਂ K ਤੇ ਡਿਵਾਈਡ ਕਰਤਾ। ਫਸਟ ਸਮੀਸ਼ਨ 1 ਤੋਂ ਲੈ ਕੇ K ਤੱਕ ਹੋ ਜੂ, ਸੈਕੰਡ ਵਾਲਾ K+1 ਤੋਂ ਲੈ ਕੇ n ਤੱਕ ਹੋ ਜਾਏਗਾ। ਪਾਰਟੀਸ਼ਨ ਦੇ ਅਕੋਰਡਿੰਗ ਜਿਹੜੇ ਵੀ ਤੁਹਾਡੇ ਸਮੀਸ਼ਨਸ ਬਣਨਗੇ ਉਹ ਸਾਰੇ ਸਮੀਸ਼ਨ ਦੀਆਂ ਜਿਹੜੀਆਂ ਵੈਲਿਊਜ਼ ਹੋਣਗੀਆਂ ਉਹ ਸੁਪਰੀਮਮ ਤੋਂ ਹਮੇਸ਼ਾ ਲੈਸ ਦੈਨ ਇਕੁਅਲ ਟੂ ਹੀ ਹੁੰਦੀਆਂ। ਠੀਕ ਹੈ, ਤਾਂ ਤੁਸੀਂ ਇਸ ਐਗਜ਼ਾਮਪਲ ਨਾਲ ਰਿਲੇਟ ਕਰ ਸਕਦੇ ਹੋ। ਇੱਥੇ ਮੈਂ ਤੁਹਾਨੂੰ 1 2 3 ਐਜ਼ ਅ ਐਲੀਮੈਂਟ ਕਿਹਾ, ਉੱਥੇ ਮੰਨ ਲਓ 1 ਵੀ ਇੱਕ ਸਮੀਸ਼ਨ ਨੂੰ ਰਿਪਰੈਜ਼ੈਂਟ ਕਰਦਾ, 2 ਵੀ ਕਿਸੇ ਸਮੀਸ਼ਨ ਨੂੰ ਰਿਪਰੈਜ਼ੈਂਟ ਕਰਦਾ, ਤਾਂ ਜਿੰਨੀਆਂ ਵੀ ਸਮੀਸ਼ਨਸ ਦੀਆਂ ਵੈਲਿਊਜ਼ ਹੋਣਗੀਆਂ ਸਾਰੀਆਂ ਸੁਪਰੀਮਮ ਤੋਂ ਲੈਸ ਦੈਨ ਇਕੁਅਲ ਟੂ ਹੁੰਦੀਆਂ। ਤਾਂ ਇਹਨਾਂ ਨੇ ਕੀ ਕੀਤਾ, ਲੈਸ ਦੈਨ ਇਕੁਅਲ ਟੂ ਕੀ ਬਣ ਗਿਆ, VF ਆਫ AB, ਕਿਉਂਕਿ 1 ਤੋਂ ਲੈ ਕੇ n ਤੱਕ ਸਮੀਸ਼ਨ ਸੀ, ਉਹ ਸਮੀਸ਼ਨ ਕਿਹੜੀ ਪਾਰਟੀਸ਼ਨ ਦਾ, ਤੁਹਾਡਾ AB ਪਾਰਟੀਸ਼ਨ ਦਾ। ਤਾਂ ਸੁਪਰੀਮਮ ਵੀ ਕਿਹੜੀ ਪਾਰਟੀਸ਼ਨ ਦੇ ਅਲੋਂਗ ਲਓਗੇ, AB ਪਾਰਟੀਸ਼ਨ ਦੇ ਅਲੋਂਗ ਲਓਗੇ ਨਾ। ਤਾਂ ਲੈਫਟ ਸਾਈਡ ਤੇ ਜਿਹੜੇ ਤੁਸੀਂ ਦੋ ਸਮੀਸ਼ਨ ਬਣਾਇਆ ਉਹਨਾਂ ਦਾ ਸਮ ਕੀ ਆ ਗਿਆ, ਲੈਸ ਦੈਨ ਇਕੁਅਲ ਟੂ ਟੋਟਲ ਵੇਰੀਏਸ਼ਨ ਆਫ AB ਇੰਟਰਵਲ। ਕਲੀਅਰ ਹੈ? ਠੀਕ ਹੈ, ਹੁਣ ਲੈਫਟ ਸਾਈਡ ਦਾ ਸਮੀਸ਼ਨ ਸੁਪਰੀਮਮ ਲੈ ਲਓ। ਬੇਸਿਕਲੀ ਤੁਸੀਂ ਐ ਵੀ ਕਹਿ ਸਕਦੇ ਹੋ ਕਿ ਤੁਸੀਂ ਲੈਫਟ ਦਾ ਵੀ ਸੁਪਰੀਮਮ ਲੈ ਲਿਆ, ਰਾਈਟ ਦਾ ਵੀ ਸੁਪਰੀਮਮ ਲੈ ਲਿਆ। ਤਾਂ ਹੁਣ ਲੈਫਟ ਸਾਈਡ ਦਾ ਸੁਪਰੀਮਮ ਲਓਗੇ ਤਾਂ ਪਹਿਲਾਂ ਜਿਹੜਾ ਫਸਟ ਸਮੀਸ਼ਨ ਪਿਆ ਉਹਦਾ ਸੁਪਰੀਮਮ ਕੀ ਹੋਊਗਾ ਤੁਹਾਡੇ ਕੋਲੇ, ਔਨ ਦੀ ਇੰਟਰਵਲ AC, ਕਿਉਂਕਿ 1 ਤੋਂ ਲੈ ਕੇ K ਤੱਕ ਦਾ ਸਮੀਸ਼ਨ ਹੈ। ਤਾਂ ਤੁਹਾਡੇ ਕੋਲੇ VF ਆਜੂ, ਟੋਟਲ ਵੇਰੀਏਸ਼ਨ ਔਨ ਦੀ ਇੰਟਰਵਲ AC, ਪਲੱਸ ਸੈਕਿੰਡ ਜਿਹੜਾ ਸਮੀਸ਼ਨ ਹੈ ਉਹਦਾ ਸੁਪਰੀਮਮ ਤੁਸੀਂ P2 ਪਾਰਟੀਸ਼ਨ ਦੇ ਅਲੋਂਗ ਲੈ ਰਹੇ ਹੋ, ਤਾਂ ਉਹ ਟੋਟਲ ਵੇਰੀਏਸ਼ਨ ਕਿਹੜੇ ਇੰਟਰਵਲ ਦੀ ਬਣ ਜਾਏਗੀ, CB ਇੰਟਰਵਲ ਦੀ। ਤੇ ਲੈਸ ਦੈਨ ਇਕੁਅਲ ਟੂ ਰਾਈਟ ਸਾਈਡ ਤੇ ਤੁਹਾਡੇ ਕੋਲੇ ਹੈਗੀ ਉਹ ਤੁਹਾਨੂੰ ਪਤਾ ਲੱਗ ਹੀ ਗਿਆ। ਤਾਂ ਤੁਹਾਡੇ ਕੋਲੇ ਫਸਟ ਇਕੁਏਸ਼ਨ ਆ ਗਈ। ਹੁਣ ਆਪਾਂ ਹੁਣ ਸੈਕਿੰਡ ਪਾਰਟ ਕਰਦੇ ਹਾਂ। ਹੁਣ ਸੈਕਿੰਡ 'ਚ ਤੁਸੀਂ ਗ੍ਰੇਟਰ ਦੈਨ ਵਾਲਾ ਸਿੰਬਲ ਬਣਾਉਣਾ। ਤਾਂ ਇਹਦੇ ਲਈ ਆਪਾਂ P ਪਾਰਟੀਸ਼ਨ ਲੈ ਲਈ। ਇੱਥੇ ਜਸਟ ਇਹਨਾਂ ਨੇ ਨੋਟੇਸ਼ਨ ਚੇਂਜ ਕਰਤੀ, ਪਿੱਛੇ ਤੁਸੀਂ x0 x1 ਲੈਤਾ ਸੀ, ਇੱਥੇ ਇਹਨਾਂ ਨੇ y0 y1 ਕਹਿਤਾ। ਤੁਸੀਂ ਸੇਮ ਚੀਜ਼ ਵੀ ਯੂਜ਼ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ। ਠੀਕ ਹੈ, ਤੁਸੀਂ ਆਲਰੇਡੀ ਪਿੱਛੇ P ਪਾਰਟੀਸ਼ਨ ਬਣਾ ਚੁੱਕੇ ਹੋ ਨਾ x0 x1 ਦੇ ਵਿੱਚ, ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ, ਚਾਹੇ ਵੇਰੀਏਬਲ ਚੇਂਜ ਕਰ ਦਿਓ, ਤੁਹਾਡੀ ਚੋਇਸ ਹੈ। ਠੀਕ ਹੈ, ਸੇਮ ਅੱਗੇ ਇਹਨਾਂ ਨੇ ਦੋ ਪਾਰਟੀਸ਼ਨਸ ਬਣਾਈਆਂ P1 ਤੇ P2, P1 ਪਾਰਟੀਸ਼ਨ AC ਇੰਟਰਵਲ ਦੀ ਤੇ P2 ਪਾਰਟੀਸ਼ਨ CB ਇੰਟਰਵਲ ਦੀ। ਉੱਥੇ ਤੁਸੀਂ K 'ਚ ਡਿਵਾਈਡ ਕੀਤਾ ਸੀ। ਠੀਕ ਹੈ, ਇੱਥੇ ਇਹਨਾਂ ਨੇ K ਦੀ ਜਗ੍ਹਾ ਤੇ ਵੇਰੀਏਬਲ ਕੀ ਲੈ ਲਿਆ, J ਲੈ ਲਿਆ। ਠੀਕ ਹੈ, J-1, yj। P ਪਾਰਟੀਸ਼ਨ ਦੇ ਅਲੋਂਗ ਸਮੀਸ਼ਨ ਬਣਾਇਆ
ਤਾਂ ਸਮੀਸ਼ਨ ਤੁਹਾਡਾ ਕੀ ਬਣ ਗਿਆ 1 ਤੋਂ ਲੈ ਕੇ n ਤੱਕ f of yi minus f of yi minus 1 ਇਹ ਪੂਰਾ ਤੁਹਾਡਾ ਹੋਲ ਇੰਟਰਵਲ AB ਦਾ ਸਮੀਸ਼ਨ ਬਣ ਗਿਆ ਠੀਕ ਹੈ ਹੁਣ ਜਦੋਂ ਤੁਸੀਂ P1 ਪਾਰਟੀਸ਼ਨ ਦਾ ਬਣਾਓਗੇ ਆ ਲੈਸ ਦੈਨ ਇਕੁਅਲ ਟੂ ਵਾਲਾ ਸਿੰਬਲ ਆਪਾਂ ਬਾਅਦ ਚ ਦੇਖਦੇ ਆ ਕਿਵੇਂ ਆਇਆ ਠੀਕ ਹੈ ਤਾਂ ਪਹਿਲਾਂ ਹੁਣ P1 ਪਾਰਟੀਸ਼ਨ ਜਿਹੜੀ ਹੈਗੀ ਹੈ ਉਹਦੇ ਲੌਂਗ ਵੇਰੀਏਸ਼ਨ ਕੱਢੋ ਕੀ ਆਊਗੀ ਤੁਹਾਡੇ ਕੋਲੇ 1 ਤੋਂ ਲੈ ਕੇ j-1 ਤੱਕ ਦਾ ਸਮੀਸ਼ਨ ਇਹਨਾਂ ਨੇ ਐਜ਼ ਇਟ ਇਜ਼ ਹੀ ਲਿਖ ਲਿਆ f of yi minus f of yi minus 1 ਇੱਥੇ ਇਹਨਾਂ ਨੇ ਇਕੁਅਲ ਪਾਇਆ ਨਾ ਇਕੁਅਲ ਦੀ ਜਗ੍ਹਾ ਤੇ ਕੌਮਾ ਆਊਗਾ yj-1 ਕੌਮਾ c ਆਂਦਾ ਇੱਥੇ ਕਰੈਕਸ਼ਨ ਕਰ ਲਿਓ yj-1 ਦੇ ਨਾਲ ਇਕੁਅਲ ਟੂ c ਪਾਇਆ ਤੇ ਕੌਮਾ ਪਾ ਕੇ c ਕਰਿਓ ਕਿਉਂਕਿ ਫੇਰ ਹੀ ਤੁਹਾਡੇ ਕੋਲ f of c minus f of yj-1 ਵਾਲਾ ਫੈਕਟਰ ਬਣੇਗਾ ਸੈਕੰਡ ਪਾਰਟ ਦੇ ਵਿੱਚ P1 ਦੇ ਅਕੋਰਡਿੰਗ ਤੁਹਾਡੇ ਕੋਲੇ ਪਹਿਲਾਂ ਆਪਾਂ 1 ਤੋਂ ਲੈ ਕੇ j-1 ਤੱਕ ਦੀਆਂ ਟਰਮਸ ਲਿਖ ਲਈਆਂ I varies from 1 to j-1 ਅੰਦਰ ਤੁਹਾਨੂੰ ਫਿਕਸ ਹੀ ਆ ਕਿ ਉਹੀ ਆਊਗਾ f of yi minus f of yi minus 1 ਹੁਣ ਇੱਕ ਲਾਸਟ ਟਰਮ ਰਹਿ ਗਈ f of c minus f of j-1 ਉਹ ਆਪਾਂ ਅਲੱਗ ਤੋਂ ਲਿਖੀ ਹੈ ਇੱਥੇ ਦੇਖੋ ਪਲੱਸ ਪਾ ਕੇ ਲਿਖਿਆ ਹੋਇਆ ਨਾ f of c minus f of yj-1 ਕਿਉਂਕਿ ਇਹ ਵਾਲੀ ਟਰਮ ਪ੍ਰੀਵੀਅਸ ਵਾਲੇ ਸਮੀਸ਼ਨ ਦੇ ਵਿੱਚ ਇਨਕਲੂਡ ਨਹੀਂ ਕੀਤੀ ਉਹ ਆਪਾਂ ਅਲੱਗ ਤੋਂ ਲਿਖ ਲਈ c ਵਾਲੀ ਟਰਮ ਠੀਕ ਹੈ ਤਾਂ ਜਿਹੜੀ ਫਰਸਟ ਬ੍ਰੈਕਟ ਪਾਈ ਹੋਈ ਹੈ ਸਕੁਅਰ ਦੇ ਵਿੱਚ ਸਾਰੀ ਪਾਰਟੀਸ਼ਨ ਹੁਣ ਤੁਹਾਡੀ ਆ ਗਈ AC ਇੰਟਰਵਲ ਦੀ ਹੁਣ ਤੁਸੀਂ P2 ਦੇ ਅਲੋਂਗ ਕਰਨਾ ਹੈ CB ਇੰਟਰਵਲ ਦੀ ਹੁਣ P2 ਪਾਰਟੀਸ਼ਨ ਦੀ ਜਿਹੜੀ ਫਰਸਟ ਵੇਰੀਏਸ਼ਨ ਆ ਤੁਹਾਡੀ ਕੀ ਬਣੂਗੀ f of yj minus f of c ਇਹਨਾਂ ਨੇ yc ਲਿਖਿਆ ਹੋਇਆ ਉੱਥੇ ਕੱਲਾ c ਆਊਗਾ f of c f of yj minus f of c ਠੀਕ ਹੈ ਉੱਥੇ ਵੀ ਕਰੈਕਟ ਕਰ ਲਿਓ ਤੇ ਬਾਕੀ ਜਿਹੜਾ j ਤੋਂ ਬਾਅਦ ਵਾਲੇ ਜਿੰਨੇ ਵੀ ਪੁਆਇੰਟਸ ਹੈ j+1 ਵਾਲੇ ਉਹ ਸਾਰੇ ਫੇਰ ਆਪਾਂ ਕੰਬਾਈਨ ਕਰਤੇ ਉਸੇ ਸਮੀਸ਼ਨ ਦੀ ਫਾਰਮ 'ਚ ਕਿਉਂਕਿ ਆਪਾਂ ਇਹਦੇ ਵਿੱਚ ਇੱਕ c ਪੁਆਇੰਟ ਇਨਕਲੂਡ ਕੀਤਾ ਉਹ c ਪੁਆਇੰਟ ਦੇ ਅਲੋਂਗ ਆਪਾਂ ਵੇਰੀਏਸ਼ਨਸ ਪਲੱਸ ਕਰਕੇ ਅਲੱਗ ਤੋਂ ਲਿਖ ਲਈਆਂ ਬਾਕੀ ਸਾਰੇ ਵੇਰੀਏਸ਼ਨਸ ਐਜ਼ ਇਟ ਇਜ਼ ਹੀ ਸਮੀਸ਼ਨ ਦੀ ਫਾਰਮ 'ਚ ਅਪਲਾਈ ਕਰਤੀ ਚ ਡਿਵਾਈਡ ਕਰਦੀ ਆ ਤਾਂ ਉੱਥੋਂ ਜਿਹੜੀ ਵੇਰੀਏਸ਼ਨ ਦੀ ਵੈਲਿਊ ਆਉਂਦੀ ਹੈ ਉਹ ਹਮੇਸ਼ਾ ਗ੍ਰੇਟਰ ਦੈਨ ਇਕੁਅਲ ਟੂ ਹੁੰਦੀ ਹੈ ਪ੍ਰੀਵੀਅਸ ਵਾਲੀ ਤੋਂ ਕਿਉਂਕਿ ਜਿੰਨੀਆਂ ਜ਼ਿਆਦਾ ਪਾਰਟੀਸ਼ਨਸ ਤੁਸੀਂ ਬਣਾਓਗੇ ਇੰਟਰਵਲ ਨੂੰ ਜਿੰਨਾ ਤੁਸੀਂ ਸਮਾਲ ਕਰ ਲੋਗੇ ਉਨੀ ਤੁਹਾਡੀ ਵੈਲਿਊ ਗ੍ਰੇਟਰ ਹੋ ਜਾਂਦੀ ਹੈ ਵੇਰੀਏਸ਼ਨ ਦੇ ਅਕੋਰਡਿੰਗ ਤਾਂ ਕਰਕੇ ਇੱਥੇ ਗ੍ਰੇਟਰ ਦੈਨ ਇਕੁਅਲ ਟੂ ਪਾਇਆ ਕਿਉਂਕਿ ਇਹਦੇ ਵਿੱਚ ਤੁਸੀਂ ਇੱਕ c ਪੁਆਇੰਟ ਹੋਰ ਐਕਸਟਰਾ ਐਡ ਕਰਤਾ ਕਲੀਅਰ ਹੈ ਪੁਆਇੰਟ ਤਾਂ ਅਗਰ ਪਾਰਟੀਸ਼ਨ ਤੇ ਤੁਸੀਂ ਇੱਕ ਵੀ ਪੁਆਇੰਟ ਹੋਰ ਐਕਸਟਰਾ ਐਡ ਕਰ ਦੋਗੇ ਤਾਂ ਉਹ ਵਾਲੀ ਵੇਰੀਏਸ਼ਨ ਪ੍ਰੀਵੀਅਸ ਵਾਲੀ ਵੇਰੀਏਸ਼ਨ ਤੋਂ ਹਮੇਸ਼ਾ ਗ੍ਰੇਟਰ ਦੈਨ ਇਕੁਅਲ ਟੂ ਬਣਦੀ ਹੁੰਦੀ ਹੈ ਹੁਣ ਦੋਨੋਂ ਸਾਈਡ ਸੁਪਰੀਮਮ ਅਪਲਾਈ ਕਰ ਦਿਓ ਲੈਫਟ ਸਾਈਡ ਦਾ ਸੁਪਰੀਮਮ ਤੁਹਾਡੇ ਕੋਲ AB ਇੰਟਰਵਲ ਦਾ ਬਣ ਜਾਏਗਾ ਤੇ ਰਾਈਟ ਸਾਈਡ ਵਾਲਾ ਸੁਪਰੀਮਮ ਤੁਹਾਡਾ ਕੀ ਹੋ ਜਾਏਗਾ ਫਰਸਟ ਜਿਹੜੀ ਬ੍ਰੈਕਟ ਆ ਉਹ AC ਇੰਟਰਵਲ ਦੇ ਅਕੋਰਡਿੰਗ ਹੈ ਸੈਕੰਡ ਵਾਲੀ ਜਿਹੜੀ ਬ੍ਰੈਕਟ ਆ ਉਹ CB ਇੰਟਰਵਲ ਦੇ ਅਕੋਰਡਿੰਗ ਹੈ ਤਾਂ ਤੁਹਾਡੇ ਕੋਲੇ ਸੈਕੰਡ ਇਕੁਏਸ਼ਨ ਆ ਜਾਏਗੀ ਤਾਂ ਫਰਮ ਫਰਸਟ ਐਂਡ ਸੈਕੰਡ ਤੋਂ ਆਪਣੇ ਕੋਲੇ ਇਕੁਐਲਿਟੀ ਆ ਜਾਏਗੀ